फ्यूचर परफेक्ट टेंस इन एक्टिव पैसिव वॉइस ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਪ੍ਰੈਜ਼ੈਂਟ ਪਾਸਟ ਜਿਹੜੇ ਟੈਂਸਿਸ ਦੀਆਂ ਵੀ ਪੈਸਿਵ ਵੌਇਸ ਦੇ ਵਿੱਚ ਆਪਾਂ ਕਨਵਰਟ ਕਰ ਸਕਦੇ ਹਾਂ ਐਂਡ ਟੁਡੇ ਵੀ ਆਰ ਗੋਇੰਗ ਟੂ ਡਿਸਕਸ ਫਿਊਚਰ ਪਰਫੈਕਟ ਟੈਂਸ ਇਨ ਐਕਟਿਵ ਪੈਸਿਵ ਵੌਇਸ so hello everyone, this is Parneet. I hope you all are doing good. So in this class we are going to discuss this tense with all the subtypes affirmative, negative and interrogative. Guys, ਇਹ ਵਾਲਾ ਇੱਕ ਇਹੋ ਜਿਹਾ ਟੈਂਸ ਹੈ ਜਿਹੜਾ ਬਹੁਤ ਜ਼ਿਆਦਾ ਯੂਜ਼ ਤਾਂ ਨਹੀਂ ਹੁੰਦਾ ਬਟ ਇਫ ਯੂ ਆਰ ਐਨ ਆਇਲ ਸਟੂਡੈਂਟ ਯੂ ਆਰ ਪ੍ਰੀਪੇਅਰਿੰਗ ਫॉर ਐਨੀ ਕੰਪੀਟੀਟਿਵ ਐਗਜ਼ਾਮ ਦੈਨ ਯੂ ਸ਼ੁੱਡ ਐਟ ਲੀਸਟ ਹੈਵ ਦ ਨੌਲੇਜ ਆਫ ਦਿਸ ਟੈਂਸ ਯਾਦ ਨਾ ਕਰੋ ਰੱਟਾ ਨਾ ਮਾਰੋ ਬਟ ਇੱਕ ਥੋਰੋ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਹੈ ਸੋ ਲੈਟਸ ਹੈਵ ਅ ਲੁੱਕ ਕਿ ਸਿੰਪਲ ਐਕਟਿਵ ਵੌਇਸ ਦੇ ਸੈਂਟੈਂਸਸ ਵਿੱਚ ਸਿੰਪਲ ਟੈਂਸਸ ਦਾ ਕੀ ਸਟਰਕਚਰ ਹੁੰਦਾ ਐਂਡ ਉਹਨੂੰ ਪੈਸਿਵ ਦੇ ਵਿੱਚ ਅਸੀਂ ਕਿਸ ਤਰ੍ਹਾਂ ਕਨਵਰਟ ਕਰ ਸਕਦੇ ਹਾਂ ਅਫਰਮੇਟਿਵ ਸੈਂਟੈਂਸਿਸ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਅਫਰਮੇਟਿਵ ਸੈਂਟੈਂਸਿਸ ਉਹ ਹੁੰਦੇ ਨੇ ਜਿਹੜੇ ਹੁੰਦੇ ਨੇ ਪੋਜ਼ਿਟਿਵ ਮੀਨਸ ਹਾਂ ਵਾਚਕ ਸੈਂਟੈਂਸਿਸ ਸਕਾਰਾਤਮਕ ਸੈਂਟੈਂਸਿਸ ਠੀਕ ਹੈ ਜਿਨ੍ਹਾਂ ਦੇ ਵਿੱਚ ਸਿਰਫ ਹਾਂ ਦੀ ਗੱਲ ਹੁੰਦੀ ਹੈ ਨਾ ਕੋਈ ਨਹੀਂ ਆਉਂਦਾ ਨੋਟ ਨਹੀਂ ਆਉਂਦਾ ਨਾ ਹੀ ਕੋਈ ਕੁਐਸਚਨ ਮਾਰਕ ਆਉਂਦਾ ਕੋਈ ਪ੍ਰਸ਼ਨ ਨਹੀਂ ਪੁੱਛਿਆ ਜਾਂਦਾ ਫਾਈਨ ਸੋ ਐਕਟਿਵ ਵੌਇਸ ਵਾਲੇ ਸੈਂਟੈਂਸਿਸ ਕਿਹੜੇ ਹੁੰਦੇ ਨੇ ਆਈ ਡੂ ਨਾਟ ਥਿੰਕ ਕਿ ਮੈਨੂੰ ਇਹ ਦੱਸਣਾ ਪਏਗਾ ਇਸ ਸਟੇਜ ਤੇ ਆ ਕੇ ਬਿਕਾਜ਼ ਇਟ ਇਜ਼ ਦ ਲਾਸਟ ਕਲਾਸ ਐਕਟਿਵ ਪੈਸਿਵ ਦੇ ਵਿੱਚ ਟੈਂਸਿਸ ਵਾਲੀ ਆਪਣੀ ਲਾਸਟ ਕਲਾਸ ਹੈ ਆਪਾਂ ਬਾਕੀ ਸਾਰਾ ਕੰਪਲੀਟ ਕਰ ਚੁੱਕੇ ਐਂਡ ਆਈ ਹੋਪ ਤੁਹਾਨੂੰ ਵਨ ਔਨ ਵਨ ਉਹ ਕਲੀਅਰ ਵੀ ਹੋ ਰਹੇ ਨੇ ਪਹਿਲਾਂ ਤੁਸੀਂ ਟੈਂਸਿਸ ਵਾਲੀ ਸੀਰੀਜ਼ ਦੇ ਸਾਰੇ ਕੋਰਸਿਸ ਵਾਚ ਕੀਤੇ ਆ ਐਂਡ ਉਸ ਤੋਂ ਬਾਅਦ ਐਕਟਿਵ ਪੈਸਿਵ ਬਿਕਾਜ਼ ਇਹਨਾਂ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਫਿਰ ਹੀ ਤੁਸੀਂ ਸੈਂਟੈਂਸਿਸ ਡੇ ਟੂ ਡੇ ਕਨਵਰਸੇਸ਼ਨਸ ਕਰ ਸਕੋਗੇ ਓਕੇ ਹੁਣ ਦੇਖੋ ਐਕਟਿਵ ਵੌਇਸ ਦੇ ਵਿੱਚ ਸੈਂਟੈਂਸਿਸ ਕਿਵੇਂ ਦੇ ਹੁੰਦੇ ਨੇ ਜਦੋਂ ਅਸੀਂ ਫੋਲੋ ਕਰਦੇ ਹਾਂ SVO ਸਟਰਕਚਰ ਦੈਟ ਇਜ਼ ਸਬਜੈਕਟ ਵਰਬ ਐਂਡ ਆਬਜੈਕਟ ਇਹਦੇ ਵਿੱਚ ਅਸੀਂ ਯੂਜ਼ ਕਰਦੇ ਹੁੰਦੇ ਹਾਂ ਸਭ ਤੋਂ ਪਹਿਲਾਂ ਸਬਜੈਕਟ ਆਉਂਦਾ ਹੈ ਦੈਨ ਹੈਲਪਿੰਗ ਵਰਬ ਕਿਹੜਾ ਆਉਂਦਾ ਹੈ ਵਿਲ ਸ਼ੈਲ ਦੇ ਨਾਲ ਹੈਵ ਲੱਗ ਜਾਂਦਾ ਹੈ ਠੀਕ ਹੈ ਵਿਲ ਜਾਂ ਸ਼ੈਲ ਪਹਿਲਾਂ ਦੀ ਇੰਗਲਿਸ਼ ਦੇ ਵਿੱਚ ਸ਼ੈਲ ਯੂਜ਼ ਕਰਦੇ ਹੁੰਦੇ ਸੀ ਆਈ ਦੇ ਨਾਲ ਜਾਂ ਪਲੂਰਲ ਦੇ ਨਾਲ ਬਟ ਇਨ ਮਾਡਰਨ ਇੰਗਲਿਸ਼ ਅਸੀਂ ਸ਼ੈਲ ਨੂੰ ਸਕਿਪ ਵੀ ਕਰ ਸਕਦੇ ਹਾਂ ਤਾਂ ਸਾਰਿਆਂ ਦੇ ਨਾਲ ਤੁਸੀਂ ਵਿਲ ਵੀ ਯੂਜ਼ ਕਰ ਸਕਦੇ ਹੋ ਓਕੇ ਹੁਣ ਪਰਫੈਕਟ ਟੈਂਸ ਹੈ ਤਾਂ ਪਰਫੈਕਟ ਟੈਂਸ ਦੇ ਵਿੱਚ ਕੀ ਲੱਗੇਗਾ ਵਰਬ ਦੀ ਥਰਡ ਫਾਰਮ ਆਏਗੀ ਐਂਡ ਦੇ ਵਿੱਚ ਆਬਜੈਕਟ ਆਏਗਾ ਫਾਈਨ ਇਹ ਸਿੰਪਲ ਐਕਟਿਵ ਵੌਇਸ ਦਾ ਸਟਰਕਚਰ ਹੈ ਜਦੋਂ ਅਸੀਂ ਕਨਵਰਟ ਕਰਾਂਗੇ ਇਸ ਨੂੰ ਇਨ ਪੈਸਿਵ ਦੈਨ ਦਾ ਸਟਰਕਚਰ ਇਸ ਸਭ ਤੋਂ ਅੱਗੇ ਆ ਜਾਏਗਾ ਆਬਜੈਕਟ ਉਹ ਸਾਨੂੰ ਪਤਾ ਹੈ ਕਿ ਇਹ ਉਲਟਾ ਹੋ ਜਾਂਦਾ ਹੈ ਆਬਜੈਕਟ ਸਭ ਤੋਂ ਅੱਗੇ ਆ ਜਾਂਦਾ ਹੈ ਦੈਨ ਹੈਲਪਿੰਗ ਵਰਬ will shall have ਤਾਂ ਲੱਗਦਾ ਹੀ ਹੈ ਤਾਂ ਸਾਨੂੰ ਚੇਂਜ ਕਰਨ ਦੀ ਜ਼ਰੂਰਤ ਨਹੀਂ ਉਹੀ ਲੱਗ ਜਾਏਗਾ ਦੈਟ ਇਜ਼ will shall have ਉਸ ਤੋਂ ਬਾਅਦ ਇਹ ਵੀ ਦੱਸਣਾ ਪਏਗਾ ਕਿ ਫਿਊਚਰ ਪਰਫੈਕਟ ਨੂੰ ਅਸੀਂ ਪੈਸਿਵ ਦੇ ਵਿੱਚ ਕਨਵਰਟ ਕਰ ਰਹੇ ਹਾਂ ਜਿਵੇਂ ਕੰਟੀਨਿਊਸ ਦੇ ਵਿੱਚ ਕਨਵਰਟ ਕਰਨ ਦੇ ਲਈ ਅਸੀਂ ਬੀਇੰਗ ਯੂਜ਼ ਕਰਦੇ ਹਾਂ ਤਾਂ ਪਰਫੈਕਟ ਵਾਲੀਆਂ ਟਾਈਪਸ ਦੇ ਵਿੱਚ ਅਸੀਂ ਕੀ ਯੂਜ਼ ਕਰਦੇ ਹੁੰਦੇ ਹਾਂ ਦੈਟ ਇਜ਼ ਬੀਇੰਗ ਓਕੇ ਦੈਨ ਵਰਬ ਦੀ ਥਰਡ ਫਾਰਮ ਪੈਸਿਵ ਹੈ ਤਾਂ ਆਬਵੀਅਸਲੀ ਵਰਬ ਦੀ ਥਰਡ ਫਾਰਮ ਆਏਗੀ ਇਹਦੇ ਵਿੱਚ ਵੀ ਥਰਡ ਹੈ ਇਹਦੇ ਵਿੱਚ ਵੀ ਥਰਡ ਹੈ ਤਾਂ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਹੀ ਨਹੀਂ ਕਿ ਚੇਂਜ ਕਰਨਾ ਪਏਗਾ ਦੈਨ ਇਜ਼ ਬਾਏ ਹੁੰਦਾ ਕਿਸੇ ਦੇ ਦੁਆਰਾ ਜਦੋਂ ਕੰਮ ਕੀਤਾ ਜਾਂਦਾ ਪੈਸਿਵ ਦੇ ਵਿੱਚ ਉਦੋਂ ਅਸੀਂ ਬਾਈ ਯੂਜ਼ ਕਰਦੇ ਹਾਂ ਐਂਡ ਦੇ ਵਿੱਚ ਆ ਜਾਂਦਾ ਸਬਜੈਕਟ ਫਾਈਨ ਸੋ ਸਟਰਕਚਰ ਬਣਿਆ ਆਬਜੈਕਟ ਵਿਲ ਹੈਵ or shall have been verb ਦੀ ਥਰਡ ਫਾਰਮ ਬਾਏ ਐਂਡ ਦੈਨ ਇਜ਼ ਸਬਜੈਕਟ ਇਹ ਤਾਂ ਸੈਂਟੈਂਸ ਸਟਰਕਚਰ ਸੀ ਅਫਰਮੇਟਿਵ ਸੈਂਟੈਂਸਿਸ ਜਦੋਂ ਆਉਂਦੇ ਆ ਪੋਜ਼ਿਟਿਵ ਸਕਾਰਾਤਮਕ ਸੈਂਟੈਂਸਿਸ ਨਾਓ ਹੈਵ ਅ ਲੁੱਕ ਔਨ ਵਨ ਸੈਂਟੈਂਸ ਦੇਖੋ here is the sentence ਇਹਨੂੰ ਅਗਰ ਅਸੀਂ ਐਕਟਿਵ ਵੌਇਸ ਦੇ ਸੈਂਟੈਂਸ ਦੇ ਅਕੋਰਡਿੰਗ ਬਣਾਉਣੇ ਆ ਸਭ ਤੋਂ ਪਹਿਲਾਂ ਆਏਗਾ ਸਬਜੈਕਟ ਕੀ ਹੈ ਦੇ ਠੀਕ ਹੈ ਦੈਨ ਆਏਗਾ ਹੈਲਪਿੰਗ ਵਰਬ ਵਿਲ ਦੇ ਨਾਲ ਕੀ ਲੱਗਿਆ ਹੋਇਆ ਹੈਵ ਵਿਲ ਹੈਵ ਓਕੇ ਦੈਨ ਵਰਬ ਦੀ ਥਰਡ ਫਾਰਮ ਪਲੇਡ ਓਕੇ ਦੈਨ ਇਜ਼ ਆਬਜੈਕਟ ਕੀ ਹੁੰਦਾ ਬਚਿਆ ਖੁਚਿਆ ਸਮਾਨ that is a game so subject ਆਇਆ helping verb ਆਇਆ verb ਦੀ third form ਆਈ and ਦੇ ਵਿੱਚ object they will have played a game ਹੁਣ ਇਸ ਨੂੰ ਅਸੀਂ ਕਨਵਰਟ ਕਰਾਂਗੇ ਪੈਸਿਵ ਦੇ ਵਿੱਚ ਉਹਦੇ ਵਿੱਚ ਜਿਹੜਾ object ਹੈ end ਵਾਲਾ ਉਹ ਅੱਗੇ ਆ ਜਾਏਗਾ that is a game ਅੱਗੇ ਆ ਗਿਆ then will have been verb ਦੀ third form played already verb ਦੀ third form ਹੈ verb ਦੀ third form by and ਦੇ ਵਿੱਚ subject ਕੀ ਸੀ they ਜਦੋਂ active ਤੋਂ passive ਦੇ ਵਿੱਚ convert ਹੋਏਗਾ then it becomes them okay them so they will have played a game will have been played by them fine second sentence ਅਗਰ ਆਪਾਂ ਦੇਖੀਏ he will have eaten the food ਠੀਕ ਹੈ ਉਸਨੂੰ ਕਿਵੇਂ ਕਨਵਰਟ ਕਰਾਂਗੇ the food object ਹੈ ਅੱਗੇ ਆ ਜਾਏਗਾ the food will have been eaten by him he ਦਾ ਕੀ ਬਣ ਗਿਆ ਆ ਕੇ him ਬਣ ਗਿਆ ਸੋ ਗਾਇਜ਼ ਇਹ ਹੋ ਗਈ ਟਾਈਪ ਜਿਹੜੀ ਅਫਰਮੇਟਿਵ ਸੈਂਟੈਂਸਸ ਹੁੰਦੇ ਨੇ ਜਿੱਥੇ ਪੋਜ਼ਿਟਿਵ ਚੀਜ਼ ਦੀ ਗੱਲ ਹੁੰਦੀ ਹੈ ਫਾਈਨ ਸੈਕਿੰਡ ਇਸ ਸਬ ਟਾਈਪ ਇਸ ਨੈਗੇਟਿਵ ਸੈਂਟੈਂਸਸ ਨੈਗੇਟਿਵ ਜਿਹਦੇ ਵਿੱਚ ਨਹੀਂ ਦੀ ਗੱਲ ਹੁੰਦੀ ਹੈ ਮੀਨਸ ਨਾਵਾਚਕ ਨਕਾਰਾਤਮਕ ਸੈਂਟੈਂਸਸ ਜਦੋਂ ਆ ਜਾਂਦੇ ਨੇ ਸੋ
नॉट हमेशा मैं तुहानूं दसदी हां कित्थे आउंदा है, हैल्पिंग वर्ब तो बाद सीधा नॉट प्लेस कर देना। हुण देखो जदों सिंपल स्ट्रक्चर की गल आउंदी है, हैल्पिंग वर्ब विल या शैल लग्या होया तां असीं इत्थे नॉट नूं प्लेस कर दांगे। ध्यान रखना हैव तो बाद नहीं, हैव तो पहला आएगा, बिकॉज हैल्पिंग वर्ब दा रोल कौन प्ले कर रहा है, दैट इज विल या शैल। ठीक है, जो पैसिव दे विच कन्वर्ट करांगे तो ऑब्वियसली विल शैल तो बाद फिर नॉट आ जाएगा इन नेगेटिव। ठीक है, तो नेगेटिव वाला यह है। देखो इसका सेंटेंस स्ट्रक्चर किवें होएगा, एक्टिव चो जो पैसिव च कन्वर्ट करांगे सब तो अगे ऑब्जेक्ट आएगा, देन विल या शैल, उस तो बाद आ जाएगा नॉट, देन हैव, बीन, वर्ब दी थर्ड फॉर्म, बाय, सब्जेक्ट, वो सारा बाकी मीनस रेस्ट ऑफ द सेंटेंस रिमेन्स द सेम। उन्होंने तुहानूं छेड़न की जरूरत नहीं हुंदी, बस तुसीं ये समझना है गाइज, जदों ही नेगेटिव सेंटेंस आया चाहे किसी मर्जी टेंस का आया, नॉट हमेशा हेल्पिंग वर्ब तो डायरैक्ट बाद आ जाता है। फाइन, ओके, सेंटेंस देखो, दे विल नॉट have played a game. So a game will not have been played by them. Simple, not सिर्फ उत्थे कर देना है। लास्ट सेंटेंस आपां किवें कीता सी, the food will not have been finished by him. The food will not have been eaten by Raman. नेम एज इट इज रहंदे, उन्हां नूं चेंज करन दी जरूरत नहीं हुंदी। So it is the affirmative and negative types. Now have a look on the interrogative type. Interrogative sentences question mark वाले sentences हुंदे ने जिन्हां दे विच किसी तो प्रश्न पूछा जांदा है, क्वेश्चन पूछा जांदा है। ठीक है, so now when we ask question to someone ਤਾਂ ਅਸੀਂ starting ਦੇ ਵਿੱਚ ਕਿਵੇਂ यूज ਕਰਦੇ ਹਾਂ, will या shall ਅਸੀਂ ਇਹਦੇ ਵਿੱਚ यूज ਕਰਾਂਗੇ, ਬਿਕਾਜ਼ ਇਹਦੇ ਵਿੱਚ helping verb future ਦੀ ਗੱਲ ਹੋ ਰਹੀ ਹੈ ਤਾਂ ਉਹ ਵਾਲਾ ਰੋਲ ਪਲੇ ਕਰ ਰਿਹਾ। सो विल शैल सब तो अगे आ जाएगा, देन सब्जेक्ट, हैव, वर्ब दी थर्ड फॉर्म, ऑब्जेक्ट। बाकी सारा सेंटेंस रिमेन्स द सेम, बस जेड़ा विल शैल विच पिया उन्होंने चक के अगे लै आओ, विल शैल नूं हीरो बना दो, मीन स्टार्टिंग ते लै आओ। एंड व्हेन वी कन्वर्ट इट इनटू पैसिव सेंटेंस, विल शैल उत्थे ही रहेगा, बिकॉज पैसिव दे विच भी तां वी आर गोइंग टू आस्क अ क्वेश्चन टू समबडी, है ना। देन सब्जेक्ट दी की जगह आ जाएगा ऑब्जेक्ट, बिकॉज ऑब्जेक्ट नूं असीं अगे लै आवांगे, देन हैव, बीन, verb the third form, by, subject and end ते question mark is very mandatory, ਇਹਦਾ ਤੁਸੀਂ ਧਿਆਨ ਰੱਖਣਾ ਹੈ। सेंटेंस देखो, will subject की है she, have read a novel object है, read is verb the third form, read, read and yes guys ਇੱਥੇ ਮੈਂ ਇੱਕ ਚੀਜ਼ ਹੋਰ ਤੁਹਾਨੂੰ ਕਲੀਅਰ ਕਰਨਾ ਚਾਹੂੰਗੀ, ਮੈਨੂੰ ਬਹੁਤ ਕਮੈਂਟਸ ਆਉਂਦੇ ਨੇ ਕਿ ਮੈਮ ਇੰਪੋਰਟੈਂਟ ਫਾਰਮਸ ਆਫ ਵਰਬ ਦੀ ਸਾਨੂੰ ਲਿਸਟ ਪ੍ਰੋਵਾਈਡ ਕਰੋ ਜਿਹੜੀਆਂ ਯੂਜ਼ ਹੁੰਦੀਆਂ ਨੇ ਡੇਲੀ ਯੂਜ਼ ਦੇ ਵਿੱਚ, ਹੈ ਨਾ, ਡੇ ਟੂ ਡੇ ਕਨਵਰਸੇਸ਼ਨ ਦੇ ਵਿੱਚ। ਸੋ ਡੋਂਟ ਵਰੀ ਗਾਈਜ਼, ਇਨ ਮਾਈ ਅਪਕਮਿੰਗ ਵੀਡੀਓਜ਼ ਮੈਂ ਤੁਹਾਨੂੰ ਉਹਨਾਂ ਦੀ ਪ੍ਰੋਪਰ ਲਿਸਟ ਵਿਦ ਪੰਜਾਬੀ ਮੀਨਿੰਗ ਪ੍ਰੋਵਾਈਡ ਕਰ ਦੂੰਗੀ, ਫਿਰ ਤੁਹਾਡੇ ਲਈ ਬਹੁਤ ਈਜ਼ੀ ਹੋ ਜਾਏਗਾ ਟੈਂਸਿਸ ਐਂਡ ਐਕਟਿਵ ਪੈਸਿਵ ਵੌਇਸ ਦੇ ਸੈਂਟੈਂਸਿਸ ਨੂੰ ਕਲੀਅਰ ਕਰਨਾ ਐਂਡ ਤੁਹਾਡੀਆਂ ਇੰਗਲਿਸ਼ ਸਕਿੱਲਸ ਨੂੰ ਇੰਪਰੋਵਾਈਜ਼ ਕਰਨਾ। ਓਕੇ, ਹੁਣ ਜਦੋਂ ਐਕਟਿਵ ਵਾਲੇ ਸੈਂਟੈਂਸ ਨੂੰ, ਇਹ ਐਕਟਿਵ ਦਾ ਸੈਂਟੈਂਸ ਹੈ, ਇਹਨੂੰ ਪੈਸਿਵ ਦੇ ਵਿੱਚ ਕਨਵਰਟ ਕਰਾਂਗੇ, ਸੋ ਵਿਲ ਉੱਥੇ ਹੀ ਰਹੇਗਾ, ਅ ਨੋਵਲ ਜਿਹੜਾ ऑब्जेक्ट है वो अगे आ जाएगा, अ नॉवल, देन इज हैव बीन रेड बाय शी दा की बन जाएगा हर। ठीक है, पीछे क्वेश्चन मार्क। सो विल शी हैव रेड अ नॉवल, will a novel have been read by her। guys ਇਹ ਸਿੰਪਲ ਸੈਂਟੈਂਸਸ ਹੁੰਦੇ ਨੇ, ਬਸ ਤੁਸੀਂ ਕਿਸ ਚੀਜ਼ ਦਾ ਧਿਆਨ ਰੱਖਣਾ ਹੈ, ਕਿਸ ਚੀਜ਼ ਨੂੰ ਤੁਸੀਂ ਦਿਮਾਗ ਦੇ ਵਿੱਚ ਬਿਠਾ ਲੈਣਾ, that is the structure। ਕਿ ਸਟਰਕਚਰ ਕੀ ਹੋਏਗਾ when it comes to affirmative, negative and interrogative, ਤਾਂ ਉੱਥੇ ਅਸੀਂ ਕਿਸ ਤਰ੍ਹਾਂ ਚੀਜ਼ਾਂ ਨੂੰ ਚੇਂਜਸ ਕਰਨੀਆਂ ਨੇ, ਕਿਸ ਤਰ੍ਹਾਂ ਉਹਨਾਂ ਦੇ ਵਿੱਚ ਅਸੀਂ ਹੌਲੀ ਹੌਲੀ gradually improvements ਕਰੀਏ। ਠੀਕ ਹੈ, now comes the WH family। yes, WH family बहुत important role play कर दिया when it comes to interrogative sentences, that is what, when, why and where, है ना। ये ਅਸੀਂ already ਹਮੇਸ਼ਾ डिस्कस करते ही आए हैं, ਤੁਹਾਨੂੰ ਪਤਾ ਵੀ ਹੈ ਕਿ ਇਹਨਾਂ ਦਾ ਯੂਸੇਜ ਕਿੱਥੇ ਹੁੰਦਾ। ਫਿਰ ਵੀ ਤੁਸੀਂ ਦੇਖੋ ਇੰਟੈਰੋਗੇਟਿਵ ਦੇ ਵਿੱਚ ਕਿਵੇਂ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹਾਂ, ਡੈਟ ਇਜ਼ ਕਿੱਥੇ, ਕਿਉਂ, ਕਿੰਨੇ, ਹੈ ਨਾ, ਕਿਸ ਲਈ, ਉਹ ਆ ਜਾਂਦੇ ਨੇ WH ਫੈਮਿਲੀ। ਜਿਵੇਂ ਮੈਂ ਪੁੱਛਿਆ ਸੀ ਵਿਲ ਸ਼ੀ ਹੈਵ ਰੈਡ, ਕਿ ਉਹ ਇੱਕ ਨੋਵਲ ਪੜ੍ਹ ਚੁੱਕੀ ਹੋਵੇਗੀ, ਹੈ ਨਾ, ਅਗਰ ਉਹਦੇ ਵਿੱਚ ਸੈਂਟੈਂਸ ਆ ਜੇ ਨੋਵਲ ਕਿੱਥੇ ਪੜ੍ਹ ਚੁੱਕੀ ਹੋਵੇਗੀ ਜਾਂ ਕਿਉਂ, ਹੈ ਨਾ, ਕਿਸ ਲਈ, ਤਾਂ ਉਹ ਆ ਜਾਂਦੇ ਨੇ WH ਫੈਮਿਲੀ, ਮੀਨਸ ਕਿੱਥੇ, ਕਿਉਂ, ਕਿਸ ਲਈ, ਇਹ ਚੀਜ਼ਾਂ ਇਨਵੋਲਵ ਹੋ ਗਈਆਂ, ਡੈਟ ਇਜ਼ ਅ ਪਾਰਟ ਆਫ WH ਫੈਮਿਲੀ। ਸੋ ਵੈਨ ਦੇਅਰ ਇਜ਼ ਅ WH ਫੈਮਿਲੀ ਤਾਂ ਉਹਦੇ ਵਿੱਚ ਤੁਹਾਨੂੰ ਕਨਫਿਊਜ਼ ਹੋਣ ਦੀ ਕੋਈ ਜ਼ਰੂਰਤ ਨਹੀਂ, WH ਫੈਮਿਲੀ ਸਭ ਤੋਂ ਅੱਗੇ ਆ ਜਾਏਗੀ। ਸੋ ਸਪੋਜ਼ ਵੇਅਰ ਹੈ, ਵੇਅਰ ਵਿਲ, ਵਾਈ ਹੈ, ਵਾਈ ਵਿਲ, what ਹੈ, what will। ਸਪੋਜ਼ ਕਿੱਥੇ ਹੈ, ਕਿੱਥੇ ਨੋਵਲ ਦੀ ਗੱਲ ਹੋ ਰਹੀ ਹੈ, ਸੋ ਵੇਅਰ ਆ ਜਾਏਗਾ, ਹੈ ਨਾ। ਵੈਨ ਕਦੋਂ ਦੀ ਗੱਲ ਹੋ ਰਹੀ ਹੈ ਤਾਂ ਵੈਨ ਵਿਲ ਸ਼ੀ ਹੈਵ ਰੈਡ ਅ ਨੋਵਲ, where will she have read a novel, why will she have read a novel। ਸੋ ਇੱਥੇ ਵੀ ਪੈਸਿਵ ਦੇ ਵਿੱਚ ਵੀ ਉਹ ਚੀਜ਼ਾਂ ਅੱਗੇ ਆ ਜਾਣਗੀਆਂ। why will a novel have been read by her। ਠੀਕ ਹੈ, where will a novel have been read by her। clear। so I hope
ਫਿਊਚਰ ਪਰਫੈਕਟ ਟੈਂਸ ਇਟਸ ਦ ਲਾਸਟ ਟੈਂਸਿਸ ਦੇ ਵਿੱਚ ਜਦੋਂ ਅਸੀਂ ਐਕਟਿਵ ਪੈਸਿਵ ਨੂੰ ਕਨਵਰਟ ਕਰਦੇ ਹਾਂ, ਬਟ ਇੱਥੇ ਹੀ ਐਕਟਿਵ ਪੈਸਿਵ ਕੰਪਲੀਟ ਨਹੀਂ ਹੁੰਦਾ। ਇੱਕ ਹੋਰ ਕਲਾਸ ਹਲੇ ਬਾਕੀ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਡਿਸਕਸ ਕਰੂੰਗੀ ਬਹੁਤ ਇੰਪੋਰਟੈਂਟ ਸੈਂਟੈਂਸਿਸ ਜਿਨ੍ਹਾਂ ਨੂੰ ਤੁਸੀਂ ਡੇ ਟੂ ਡੇ ਲਾਈਫ ਦੇ ਵਿੱਚ ਬਹੁਤ ਯੂਜ਼ ਕਰਦੇ ਹੋ ਐਂਡ ਤੁਹਾਨੂੰ ਕੰਮ ਵੀ ਆਉਣਗੇ।